ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਦੱਸਣਗੇ ਕਿ ਖਬਰਾਂ ਦੀਆਂ ਸੁਰਖੀਆਂ ਦੇ ਪਿੱਛੇ ਕੀ ਛੁਪਿਆ ਹੁੰਦਾ ਜੀ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ ਗੁਰਦੀਪ ਸਿੰਘ ਵਿਰਦੀ, ਕਲੋਵਿਸ, ਇਸ਼ਾਨਜੀਤ ਸਿੰਘ ਕਲੋਟੀ ਦੇ ਪਰਿਵਾਰ, ਯੂਬਾ ਸਿਟੀ, ਸਤਨਾਮ ਸਿੰਘ ਗਿੱਲ ਤੇ ਪਰਿਵਾਰ, ਸਲਮਾ, ਜਸਵੀਰ ਸਿੰਘ ਜੀ ਜੋਸਨ, ਮਾਊਂਟਨ ਹਾਊਸ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜਾ ਭਰਤੀ ਘਟਾਲਾ ਸੀ, ਉਸ ਕੇਸ ਨੂੰ ਵਾਪਸ ਲੈਣ ਦੀਆਂ ਗੱਲਾਂ ਹੋ ਰਹੀਆਂ ਸੀਗੀਆਂ, ਜਿਸ ਦੇ ਵਿੱਚ ਤੋਤਾ ਸਿੰਘ ਸੀ, ਅਤੇ ਉਹ ਜਿਹੜੀ ਅਰਜ਼ੀ ਆ ਉਹ ਖਾਰਜ ਹੋ ਗਈ ਜੀ। ਇਹ ਜਿਹੜੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਜਿਹੜੇ ਤੋਤਾ ਸਿੰਘ ਨੇ, ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਜੀ, ਉਹਨਾਂ ਨੂੰ ਇਹ ਝਟਕਾ ਲੱਗਾ, ਜਿਹੜਾ ਉਹ ਕਿਹਾ ਜਾ ਸਕਦਾ। ਮੁਹਾਲੀ ਦੀ ਜਿਹੜੀ ਹੈ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ, ਉਹਨਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ 134 ਕਲਰਕ ਤੇ ਹੈਲਪਰ ਜਿਹੜੇ ਸੀਗੇ ਭਰਤੀ ਘੁਟਾਲੇ ਦੇ ਮਾਮਲੇ ਦੇ ਵਿੱਚ ਨਾਮਜ਼ਦ ਜਥੇਦਾਰ ਤੋਤਾ ਸਿੰਘ ਵਿਰੁੱਧ ਦਰਜ ਭ੍ਰਿਸ਼ਟਾਚਾਰ ਦਾ ਕੇਸ ਖਤਮ ਕਰਨ ਦੇ ਵਾਸਤੇ ਸਰਕਾਰੀ ਵਕੀਲ ਦੇ ਵੱਲੋਂ ਦਾਇਰ ਅਰਜ਼ੀ ਜਿਹੜੀ ਹੈ ਜੀ ਉਹ ਰੱਦ ਕਰ ਦਿੱਤੀ ਆ। ਤੋਤਾ ਸਿੰਘ ਆਪਣੇ ਵਕੀਲ ਦੇ ਨਾਲ ਮੁਹਾਲੀ ਦੀ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਹੋਏ। ਅਗਲੀ ਜਿਹੜੀ ਸੁਣਵਾਈ ਹੈ ਜੀ ਉਹ 30 ਨਵੰਬਰ ਨੂੰ ਜਿਹੜਾ ਜੀ ਉਹ ਰੱਖੀ ਗਈ ਹੈ। ਸਰਕਾਰੀ ਵਕੀਲ ਨੇ 10 ਅਕਤੂਬਰ ਨੂੰ ਤੋਤਾ ਸਿੰਘ ਦੇ ਵਿਰੁੱਧ ਭ੍ਰਿਸ਼ਟਾਚਾਰ ਦਾ ਜਿਹੜਾ ਇਹ ਕੇਸ ਹੈ ਇਹਨੂੰ ਜਿਹੜਾ ਜੀ ਖਤਮ ਕਰਨ ਦੇ ਵਾਸਤੇ ਜਿਹੜੀ ਅਰਜ਼ੀ ਦਿੱਤੀ ਸੀਗੀ ਜੀ। ਔਰ ਸਰਕਾਰੀ ਵਕੀਲ ਦੀ ਦਲੀਲ ਇਹ ਸੀਗੀ ਕਿ ਵਿਜੀਲੈਂਸ ਬਿਊਰੋ ਦੇ ਵੱਲੋਂ ਹੁਣ ਤੱਕ ਇਹ ਕੇਸ ਦੇ ਵਿੱਚ ਜਿਹੜੇ 17 ਗਵਾਹ ਪੇਸ਼ ਹੋਏ ਸੀਗੇ, ਇਹਨਾਂ ਵਿੱਚੋਂ ਸਿਰਫ ਇੱਕ ਗਵਾਹ ਜਿਹੜਾ ਸੀਗਾ ਜੀ ਉਹਨੇ ਤੋਤਾ ਸਿੰਘ ਦੇ ਖਿਲਾਫ ਬਿਆਨ ਦਿੱਤੇ ਸੀ, ਪਰ ਬਾਅਦ ਦੇ ਵਿੱਚ ਉਹ ਵੀ ਆਪਣੇ ਬਿਆਨ ਤੋਂ ਜਿਹੜਾ ਉਹ ਮੁੱਕਰ ਗਿਆ ਸੀਗਾ ਜੀ। ਅਦਾਲਤ ਨੇ ਇਹਨੂੰ ਡਿਫਰੈਂਟ ਵੇ ਦੇ ਨਾਲ ਲਿਆ ਜੀ। ਹੁਣ ਬਹੁਤੀ ਨਿਗਾਹ ਜਿਹੜੀ ਆ ਉਹ 30 ਨਵੰਬਰ ਦੇ ਉੱਤੇ ਲੱਗੀ ਰਹੂਗੀ। ਜੇ ਇਹ ਕੇਸ ਜਿਹੜਾ ਜੀ ਉਹ ਵਾਪਸ ਨਹੀਂ ਹੁੰਦਾ ਤਾਂ ਕਿਤੇ ਨਾ ਕਿਤੇ ਇਹਦਾ ਅਸਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਕੇਸ ਵਾਪਸ ਲੈਣਾ ਸਰਕਾਰ ਨੇ, ਕਿਉਂਕਿ ਇਹ ਦੋ ਮਿਲੀ ਭੁਗਤੀ ਆ ਆਪਸ ਦੇ ਵਿੱਚ, ਕਿ ਇੱਕ ਪਹਿਲਾਂ ਜਿਹੜਾ ਜੀ ਲਾਅ ਤੇ ਦੂਸਰਾ ਜਿਹੜਾ ਬਾਅਦ ਦੇ ਵਿੱਚ, ਉਹਦੇ ਉੱਤੇ ਵੀ ਇਹਨੂੰ ਦੇਖਿਆ ਜਾ ਰਿਹਾ ਇਸ ਤਰੀਕੇ ਦੇ ਨਾਲ ਕਿ ਉਹਦੇ ਉੱਤੇ ਵੀ ਇਹ ਅਸਰ ਜਿਹੜਾ ਜੀ ਉਹ ਪੈ ਸਕਦਾ ਇਸ ਸਭ ਕਾਸੇ ਦਾ ਜੀ, ਜਿਹੜਾ ਤੋਤਾ ਸਿੰਘ ਹੋਰਾਂ ਦਾ। ਔਰ ਤੋਤਾ ਸਿੰਘ ਹੋਰਾਂ ਨੂੰ ਉਮੀਦ ਇਹ ਸੀਗੀ ਕਿ ਇਹ ਸਾਰਾ ਕੁਝ ਜਿਹੜਾ ਜੀ ਉਹ ਖਤਮ ਹੋ ਰਿਹਾ, ਪਰ ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਉਹ ਨਹੀਂ ਹੋਇਆ। ਸੋ ਅਦਾਲਤ ਨੇ ਜਿਹੜਾ ਜੀ ਇੱਕ ਨਵਾਂ ਚੈਪਟਰ ਜਿਹੜਾ ਉਹ ਸਟਾਰਟ ਕਰ ਦਿੱਤਾ ਜੀ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਹੁਣ ਨੋਟ ਬੰਦ ਕੀਤੇ ਗਏ ਆ, ਮੋਦੀ ਸਾਹਿਬ ਨੂੰ ਰਾਤ ਨੂੰ ਸੁਪਨਾ ਆਇਆ ਤੇ ਸਵੇਰ ਨੂੰ ਉਹਨਾਂ ਨੇ ਅਨਾਉਂਸ ਕਰ ਦਿੱਤਾ ਉੱਠ ਕੇ, ਤੇ ਇਸ ਦੇ ਨਾਲ ਆਮ ਆਦਮੀ ਦੀਆਂ ਜਿਹੜੀਆਂ ਮੁਸ਼ਕਿਲਾਂ ਉਹ ਤਾਂ ਬਹੁਤ ਵਧੀਆਂ ਹੋਣਗੀਆਂ। ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ, ਕਿਉਂਕਿ ਸਹੀ ਪੁੱਛੋ ਤਾਂ ਜਿਹੜਾ ਆਮ ਬੰਦਾ ਨਾ ਜੀ, ਜਿਹੜਾ ਮਜ਼ਦੂਰ ਤਬਕਾ, ਰੇਹੜੀ ਵਾਲਾ ਹੈ, ਛੋਟੀ ਦੁਕਾਨ ਵਾਲਾ ਹੈ, ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਇਹ ਹੋ ਕੀ ਗਿਆ, ਕਿਉਂਕਿ 500 ਰੁਪਈਏ ਦਾ ਨੋਟ ਤਾਂ ਜਿਹੜਾ ਉਹ ਕਾਮਨ ਸੀਗਾ ਨਾ ਜੀ। 100 ਦੀ ਜਗ੍ਹਾ ਜਿਹੜੀ ਸੀ ਉਹ 500 ਦੇ ਨੋਟ ਨੇ ਲਈ ਹੋਈ ਸੀ। ਜਿਹੜੇ ਅੱਗੋਂ ਜਿਨ੍ਹਾਂ ਨੂੰ ਛੋਟਾਂ ਦਿੱਤੀਆਂ ਨੇ ਉਹਨਾਂ ਨੇ ਰੱਜ ਕੇ ਜਿਹੜਾ ਜੀ ਉਹ ਸ਼ੋਸ਼ਣ ਕੀਤਾ ਇਹਨਾਂ ਗਰੀਬ ਬੰਦਿਆਂ ਦਾ ਕਰ ਰਹੇ ਨੇ। ਜਿਹੜੀਆਂ ਕੈਮਿਸਟ ਸ਼ਾਪ ਨੇ, ਜਿਹੜੀਆਂ ਉੱਥੇ ਜੇ ਕਿਸੇ ਨੇ ਦਵਾਈ ਲੈਣੀ ਆ, 200 ਦੀ ਦਵਾਈ ਆ, 250 ਦੀ ਦਵਾਈ ਆ, ਉਹ ਕਹਿੰਦੇ ਚੇਂਜ ਹੈ ਨਹੀਂ, ਜਾਂ ਤਾਂ ਇੰਨਾ ਹੀ ਜਿਹੜਾ ਜੀ, ਜਾਂ ਤਾਂ ਚੇਂਜ ਲਿਆਓ, ਜਾਂ ਫਿਰ ਜਿਹੜਾ ਨੋਟ ਆ ਜੀ ਉਹ ਤੁਸੀਂ ਛੱਡ ਜਾਓ ਉਹਨੇ 'ਚ ਹੀ। ਪੈਟਰੋਲ ਪੰਪਾਂ ਵਾਲੇ ਜਿਹੜੇ ਨੇ ਜੀ ਉਹ ਜਿਹੜੇ 500 ਦਾ ਤੇਲ ਪਾ ਰਹੇ ਨੇ ਜਾਂ 1000 ਦਾ ਤੇਲ ਪਾ ਰਹੇ ਨੇ, ਜਾਂ ਕਹਿੰਦੇ ਘੱਟ ਪਾਉਣਾ ਤੇ ਉਹ ਛੋਟਾ ਨੋਟ ਜਿਹੜਾ ਜੀ ਉਹ ਲੈ ਕੇ ਆਓ। ਪ੍ਰਾਈਵੇਟ ਹਸਪਤਾਲਾਂ ਵਾਲਿਆਂ ਨੇ ਇਹ ਜਿਹੜੇ ਨੋਟ ਸੀਗੇ ਜੀ ਉਹ ਲੈਣ ਤੋਂ ਨਾ ਕਰਦੇ ਰਹੇ ਨੇ, ਕਹਿੰਦੇ ਜੀ ਜਾਓ ਜਾ ਕੇ ਚਲਾਓ ਸਰਕਾਰੀ ਹਸਪਤਾਲਾਂ 'ਚ। ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀਆਂ ਲਾਈਨਾਂ ਨੇ ਉਹ ਲੋਕਾਂ ਦੀਆਂ ਲੰਬੀਆਂ ਜਿਹੜੀਆਂ ਜੀ ਉਹ ਲੱਗੀਆਂ। ਲੋਕ ਜਿਹੜਾ ਇੱਕ ਰੇਹੜੀ ਵਾਲਾ, ਮੰਨ ਲਓ ਜਿਹੜੇ ਤੁਸੀਂ ਢਾਬੇ ਵੱਡੇ ਤਾਂ ਛੱਡੋ, ਜਿਹੜੇ ਛੋਟੇ ਢਾਬੇ ਜਾਂ ਰੇਹੜੀ ਦੇ ਉੱਤੇ ਕੁਲਚੇ ਵੇਚਣ ਵਾਲਾ ਵੀ ਜਿਹੜਾ ਸੀਗਾ ਜੀ, ਉਹਦੇ ਵੀ ਮੰਦੇ ਹਾਲ ਜਿਹੜੇ ਰਹੇ। ਬਾਜ਼ਾਰ ਜਿਹੜੇ ਨੇ ਉਹ ਸੁੰਨਸਾਨ ਭਾਂ ਕੱਲ ਜਿਹੜਾ ਜੀ ਉਹ ਕਰਦੇ ਰਹੇ। ਕੋਈ ਇਹੋ ਜਿਹੇ ਹਾਲਾਤ ਜਿਹੜੇ ਨੇ ਉਹ ਅੱਜ ਵੀ ਤੇ ਅੱਗੇ ਕੁਝ ਦਿਨ ਹੋਰ ਉਸੇ ਤਰ੍ਹਾਂ ਦੇ ਬਣੇ ਰਹਿਣ ਦੇ ਜਿਹੜਾ ਜੀ ਉਹ ਆਸਾਰ ਨੇ। ਲੋਕ ਇੱਕ ਦੂਜੇ ਨੂੰ ਫੋਨ ਕਰ ਕਰਕੇ ਜਿਹੜਾ ਜੀ ਉਹ ਪੁੱਛਦੇ ਰਹੇ ਕਿ ਇਹਨਾਂ ਦਾ ਕੀ ਬਣੂਗਾ, 500 ਵਾਲੇ ਨੋਟਾਂ ਦਾ, 1000 ਵਾਲੇ ਜਿਹੜੇ ਜੀ ਉਹ ਨੋਟਾਂ ਦਾ। ਸਰਕਾਰ ਨੇ ਕੁਝ ਛੋਟਾਂ ਦੇਣ ਦੀ ਕੋਸ਼ਿਸ਼ ਕੀਤੀ ਆ, ਪਰ ਉਹ ਆਮ ਬੰਦੇ ਦੇ ਵਾਸਤੇ ਤਾਂ ਛੋਟਾ ਹੈ ਨਹੀਂ ਗਿਆ। ਟੋਲ ਪਲਾਜ਼ੇ ਜਿਹੜੇ ਨੇ ਉਹ 11 ਦੀ ਰਾਤ ਤੱਕ ਫ੍ਰੀ ਕਰ ਦਿੱਤੇ ਗਏ ਨੇ, ਜਿਹੜੇ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ੇ ਨੇ।
ਜਿਹੜੇ ਜਿੱਥੋਂ ਤੱਕ ਜੇ ਸੂਬੇ ਦੀ ਗੱਲ ਕਰੀਏ, ਮੁੱਖ ਮੰਤਰੀ ਜਿਹੜੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਹੋਰੀ ਇਸ ਫੈਸਲੇ ਦਾ ਸਵਾਗਤ ਕਰੀ ਜਾਂਦੇ ਨੇ, ਪਰ ਜਿਹੜੇ ਰਾਜ ਦੇ ਟੋਲ ਨੇ ਉਹਨਾਂ ਤੋਂ ਇਹ ਟੋਲ ਨਹੀਂ ਚੁੱਕਿਆ ਗਿਆ। ਸਿਰਫ ਨੈਸ਼ਨਲ ਹਾਈਵੇ ਜਿਹੜੇ ਨੇ ਜੀ ਉੱਥੋਂ ਟੋਲ ਚੁੱਕਿਆ ਗਿਆ। ਇਹ ਵੀ ਗੱਡੀਆਂ ਵਾਲਿਆਂ ਨੂੰ ਫਾਇਦਾ, ਆਮ ਲੋਕਾਂ ਨੂੰ ਇਹਦਾ ਜਿਹੜਾ ਜੀ ਉਹ ਕੋਈ ਫਾਇਦਾ ਨਹੀਂਗਾ। ਵਿਆਹਾਂ ਸ਼ਾਦੀਆਂ ਦੇ ਉੱਤੇ ਸਿੱਧਮ ਸਿੱਧਾ ਜਿਹੜਾ ਜੀ ਇਹਦਾ ਅਸਰ ਪਿਆ। ਲੋਕ ਜਿਹੜੇ ਜੀ ਉਹ ਇੱਕ ਦੂਜੇ ਨੂੰ ਪੁੱਛੀ ਗਏ ਕਿ ਹੁਣ ਜਿਹੜਾ ਜੀ ਸਗਨ ਕੀ ਪਾਉਣਾ, ਕਿੱਥੋਂ ਜਿਹੜਾ ਲਿਆਂਦਾ ਜਾਵੇ। ਹਰ ਬੰਦਾ ਤਾਂ ਡੈਬਿਟ ਕਾਰਡ ਜਿਹੜਾ ਜੀ ਉਹ ਯੂਜ਼ ਨਹੀਂ ਕਰਦਾ। ਦਰਬਾਰ ਸਾਹਿਬ ਦੇ ਵਿੱਚ ਜਿਹੜੇ ਪ੍ਰਸ਼ਾਦ ਕਰਾਉਣ ਵਾਲੇ ਨੇ ਉਹਨਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਨਾਂਹ ਕਰਤੀ ਜੀ ਕਿ ਕੜਾਹ ਦੇ ਵਾਸਤੇ 500 ਜਾਂ 1000 ਦੇ ਨੋਟ ਨਹੀਂ ਚੱਲਣਗੇ, ਜਾਂ ਤਾਂ ਛੋਟੇ ਨੋਟ ਲਿਆਓ, ਜਾਂ ਫਿਰ ਕਹਿੰਦੇ ਜੀ ਇਹ ਨੋਟ ਗੋਲਕ ਚ ਪਾ ਦਿਓ ਜਾ ਕੇ। ਜੇ ਗੋਲਕ ਚ ਪਾ ਦਿਓ ਉਹ ਫਿਰ ਚੇਂਜ ਕਿਵੇਂ ਹੋਣੇ ਨੇ? ਇਹ ਵੀ ਜਿਹੜਾ ਜੀ ਆਪਣੀ ਜਗ੍ਹਾ ਦੇ ਉੱਤੇ ਜਵਾਬ ਹੈ। ਕੁਝ ਲੋਕ ਜਿਹੜੇ ਸੀਗੇ ਇਹਦੇ ਤੋਂ ਫਾਇਦਾ ਕਿਵੇਂ ਚੁੱਕਦੇ ਗਏ ਆਪਾਂ ਅਖੀਰ ਦੇ ਵਿੱਚ ਅੱਜ ਨਵੇਂ 'ਚ ਦੱਸਾਂਗੇ ਜੀ। ਜੀ ਬਿਲਕੁਲ ਜੀ। ਜਿਹੜੇ ਉਹ ਲੋਕ ਆ ਜਿਨ੍ਹਾਂ ਤੋਂ ਬੰਦ ਕੀਤੇ ਜਾਂਦੇ ਉਹਨਾਂ ਨੇ ਫਾਇਦਾ ਚੱਕਣਾ ਹੀ ਚੱਕਣਾ, ਉਹਨਾਂ ਨੂੰ ਬੰਦ ਕਰਨਾ ਬੜਾ ਔਖਾ ਹੋਊਗਾ ਜੀ। ਤੇ ਅੱਗੇ ਆਪਾਂ ਭਾਰਤ ਪਾਕਿਸਤਾਨ ਦੇ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਦੂਜੇ ਦੇ ਡਿਪਟੀ ਹਾਈ ਕਮਿਸ਼ਨਰ ਤਲਬ ਕੀਤੇ। ਐਕਚੁਅਲੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਜੀ ਇੱਕ ਦਿਨ ਕਿ ਅਗਲਾ ਸਟੈਪ ਜਿਹੜਾ ਜੀ ਉਹ ਦੋਵਾਂ ਮੁਲਕਾਂ ਦਾ ਇਹ ਹੋ ਸਕਦਾ ਹੈ। ਸੋ ਇੱਕ ਦੂਜੇ ਦੇ ਉੱਤੇ ਲਗਾਤਾਰ ਲਾਏ ਜਾ ਰਹੇ ਗੋਲੀਬੰਦੀ ਦੀ ਉਲੰਘਣਾ ਦੇ ਦੋਸ਼ਾਂ ਕਰਕੇ ਜੀ ਭਾਰਤ ਤੇ ਪਾਕਿਸਤਾਨ ਨੇ ਇੱਕ ਦੂਜੇ ਦੇ ਜਿਹੜੇ ਡਿਪਟੀ ਹਾਈ ਕਮਿਸ਼ਨਰ ਨੇ ਉਹਨਾਂ ਨੂੰ ਤਲਬ ਕੀਤਾ। ਭਾਰਤ ਨੇ ਇਸਲਾਮਾਬਾਦ ਦੇ ਵਿੱਚ ਆਪਣੇ 8 ਅਫਸਰਾਂ ਦਾ ਨਾਮ ਮੀਡੀਆ ਦੇ ਵਿੱਚ ਉਜਾਗਰ ਕੀਤੇ ਜਾਣ ਦਾ ਪਾਕਿਸਤਾਨ ਦੇ ਕੋਲੇ ਵਿਰੋਧ ਕੀਤਾ, ਕਿਉਂਕਿ ਇਹਦੇ ਨਾਲ ਉਹਨਾਂ ਦੀ ਸੁਰੱਖਿਆ ਨੂੰ ਖਤਰਾ ਜਿਹੜਾ ਜੀ ਉਹ ਪੈਦਾ ਹੋ ਗਿਆ। ਵਿਦੇਸ਼ ਮੰਤਰਾਲੇ ਦੇ ਜਿਹੜੇ ਬੁਲਾਰੇ ਨੇ ਉਹਨੇ ਇਹ ਗੱਲ ਕਹੀ ਹੈ ਕਿ ਮੰਤਰਾਲੇ ਦੇ ਵੱਲੋਂ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਕੌਮਾਂਤਰੀ ਸਰਹੱਦ ਤੇ ਕੰਟਰੋਲ ਰੇਖਾ ਦੇ ਉੱਤੇ ਗੋਲੀਬੰਦੀ ਦੀ ਉਲੰਘਣਾ ਕਰਕੇ ਤਲਬ ਜਿਹੜਾ ਜੀ ਉਹ ਕੀਤਾ ਗਿਆ। ਪਾਕਿਸਤਾਨ ਦੇ ਵੱਲੋਂ 3 ਨਵੰਬਰ ਨੂੰ ਹੁਣ ਤੱਕ 16 ਵਾਲੀ ਗੋਲਾਬਾਰੀ ਦੀ ਉਲੰਘਣਾ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਇਹਦੇ ਦੌਰਾਨ ਭਾਰਤੀ ਫੌਜ ਦਾ ਜਾਨੀ ਨੁਕਸਾਨ ਹੋਇਆ ਤੇ ਆਮ ਨਾਗਰਿਕ ਜਿਹੜੇ ਉਹ ਜ਼ਖਮੀ ਹੋਏ ਨੇ। ਪਾਕਿਸਤਾਨ ਦੀ ਆਪਣੀ ਕਥਨੀ ਹੈ ਜੀ, ਉਹਨਾਂ ਨੇ ਭਾਰਤੀ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ। ਭਾਰਤੀ ਡਿਪਟੀ ਹਾਈ ਕਮਿਸ਼ਨਰ ਨੂੰ 2 ਹਫ਼ਤਿਆਂ ਦੇ ਵਿੱਚ 6ਵੀਂ ਵਾਰੀ ਤਲਬ ਕਰਨ ਦੇ ਉੱਤੇ ਭਾਰਤ ਨੇ ਪਾਕਿਸਤਾਨ ਦਾ ਜਿਹੜਾ ਜੀ ਵਿਰੋਧ ਕੀਤਾ। ਇਹੀ ਗੱਲਾਂ ਪਾਕਿਸਤਾਨ ਦੂਜੇ ਪਾਸੇ ਕਹਿੰਦਾ ਜੀ, ਕਹਿੰਦਾ ਭਾਰਤੀ ਫੌਜ ਜਿਹੜੀ ਆ ਉਹ ਗੋਲੀਬਾਰੀ ਦੀ ਉਲੰਘਣਾ ਕਰ ਰਹੀ ਹੈ ਤੇ ਨਿਰੰਤਰ ਜਿਹੜਾ ਸਾਡੇ ਫੌਜੀਆਂ ਦੇ ਉੱਤੇ ਜਿਹੜੀ ਹੈ ਜੀ ਉਹ ਗੋਲੀ ਚਲਾ ਰਹੀ ਹੈ। ਸਾਡਾ ਜਾਨੀ ਨੁਕਸਾਨ ਜਿਹੜਾ ਜੀ ਇੱਧਰ ਹੋ ਰਿਹਾ। ਇਸ ਸਾਈਡ ਵਾਲੇ ਦੇ ਉੱਤੇ ਜਿਹੜਾ ਮੀਡੀਆ ਉਹ ਇਹ ਕਹੀ ਜਾਂਦਾ ਜੀ ਪਾਕਿਸਤਾਨ ਗੋਲੀਬਾਰੀ ਦੀ ਉਲੰਘਣਾ ਕਰ ਰਿਹਾ। ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਜਿਹੜਾ ਉਧਰ ਦਾ ਮੀਡੀਆ ਉਹ ਕਹਿੰਦਾ ਭਾਰਤ ਗੋਲੀਬਾਰੀ ਦੀ ਉਲੰਘਣਾ ਜਿਹੜੀ ਹੈ ਜੀ ਉਹ ਕਰ ਰਿਹਾ। ਦੋਏ ਜਿਹੜੇ ਨੇ ਇੱਕ ਦੂਜੇ ਦੇ ਉੱਤੇ ਦੋਸ਼ ਜਿਹੜਾ ਉਹ ਲਾਈ ਜਾ ਰਹੇ ਨੇ। ਸ਼ਾਇਦ ਸਟੈਪ ਬਾਈ ਸਟੈਪ ਤੁਸੀਂ ਇਹ ਕਹਿ ਲਓ ਕਿ ਜਿਹੜੇ ਹਾਈ ਕਮਿਸ਼ਨਰ ਨੇ ਉਹਨਾਂ ਨੂੰ ਵਾਪਸ ਬੁਲਾਉਣ ਵੱਲ ਨੂੰ ਇਹ ਕਦਮ ਦਰ ਕਦਮ ਜਿਹੜੇ ਆ ਜੀ ਅੱਗੇ ਵੱਧ ਰਹੇ ਨੇ ਜੀ। ਜੀ ਤੇ ਅੱਗੇ ਆਪਾਂ ਜੀ ਕਮਿਊਨਿਸਟ ਧੜੇ ਦੀ ਗੱਲ ਕਰੀਏ। ਉਹ ਸੋਚਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਉਹਨਾਂ ਨਾਲ ਮੀਟਿੰਗ ਹੋਈ ਆ ਤੇ ਉਸ ਦੀਆਂ ਕੀ ਕਨਸੋਆਂ ਆ। ਐਕਚੁਅਲੀ ਇਹ ਬੜਾ ਤੁਸੀਂ ਇਹ ਕਹਿ ਲਓ ਕਿ ਹੈਰਾਨੀਜਨਕ ਦੀ ਗੱਲ ਹੀ ਹੈ ਕਿ ਕੀ ਕਮਿਊਨਿਸਟ ਜਿਹੜੇ ਨੇ ਉਹ ਗੱਲਬਾਤ ਤੋਰਨਗੇ ਵੀ ਜਿਹੜਾ ਜੀ ਅਕਾਲੀ ਦਲ ਦੇ ਨਾਲ। ਇਹ ਸੋਚ ਕੇ ਹੋ ਸਕਦਾ ਜੀ ਕੁਝ ਲੋਕ ਜਿਹੜੇ ਨੇ ਉਹ ਹੈਰਾਨੀ ਦੇ ਵਿੱਚ ਪੈ ਜਾਣ। ਅਸਲ ਦੇ ਵਿੱਚ ਕੱਲ ਇੱਕ ਭੋਗ ਦੇ ਮੌਕੇ ਦੇ ਉੱਤੇ ਇੱਥੇ ਮਾਲਵੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰੀ ਸਾਂਝੀ ਹਾਜ਼ਰ, ਔਰ ਉੱਥੇ ਜਿਹੜਾ ਜੀ ਇੱਕ ਕਮਿਊਨਿਸਟ ਆਗੂ ਜਿਹੜੇ ਸੀਗੇ ਉਹ ਇੱਥੇ ਗਏ ਹੋਏ ਸੀ, ਹਰਦੇਵ ਅਰਸ਼ੀ ਹੋਰੀ। ਭੋਗ ਸਮਾਗਮ ਜਿਹੜੇ ਸੀਗੇ ਉਹ ਸਮਾਪਤ ਹੋਏ। ਥੋੜੀ ਬਹੁਤੀ ਜਿਹੜੀ ਗੱਲਬਾਤ ਹੋਈ ਜਦੋਂ ਹਰਦੇਵ ਅਰਸ਼ੀ ਹੋਰੀ ਤੁਰ ਗਏ ਇਸ ਭੋਗ ਤੋਂ ਬਾਅਦ, ਤਾਂ ਇੱਕ ਯੂਥ ਅਕਾਲੀ ਦਲ ਦੇ ਆਗੂ ਨੂੰ ਜਿਹੜਾ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਭੇਜਿਆ ਹਰਦੇਵ ਅਰਸ਼ੀ ਹੋਰਾਂ ਨੂੰ ਸੱਦ ਕੇ ਲਿਆਉਣ ਦੇ ਵਾਸਤੇ ਪਾਰਕਿੰਗ ਲਾਟ ਚੋਂ। ਤੇ ਉਹ ਜਿਹੜੇ ਸੀ ਉਹਨਾਂ ਨੂੰ ਸੱਦ ਕੇ ਲਿਆਂਦਾ। ਹਰਦੇਵ ਅਰਸ਼ੀ ਹੋਰਾਂ ਦੇ ਨਾਲ ਫਿਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਬੰਦ ਕਮਰਾ ਮੁਲਾਕਾਤ ਜਿਹੜੀ ਹੈ ਜੀ ਉਹ ਹੋਈ ਦੱਸੀ ਜਾਂਦੀ ਹੈ। ਇਹਦੇ ਨਜ਼ਦੀਕ ਫਿਰ ਕਿਸੇ ਨੂੰ ਜਿਹੜਾ ਜੀ ਉਹ ਨਹੀਂ ਆਉਣ ਦਿੱਤਾ ਗਿਆ। ਕੀ ਗੱਲਾਂ ਜਿਹੜੀਆਂ ਜੀ ਉਹ ਹੋਈਆਂ ਨੇ ਇਹਦੀ ਕੋਈ ਡਿਟੇਲ ਬਾਹਰ ਜਿਹੜੀ ਹੈ ਜੀ ਉਹ ਨਹੀਂ ਆਈ। ਇਹ ਕਿਹਾ ਜਾ ਰਿਹਾ ਜੀ ਕਿ ਕਮਿਊਨਿਸਟ ਆਗੂਆਂ ਦੀ ਨਬਜ਼ ਜਿਹੜੀ ਹੈ ਜੀ ਉਹ ਟੋਈ ਆ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿ ਉਹ ਕਿੱਥੇ ਇੱਕ ਸਟੈਂਡ ਜਿਹੜਾ ਜੀ ਉਹ ਕਰਦੇ ਨੇ। ਦੇਖੋ ਅਜੇ ਕੁਝ ਨਹੀਂ ਇਹ ਕਿਹਾ ਜਾ ਸਕਦਾ ਕਿ ਇਹ ਕਿਸੇ ਸਮਝੌਤੇ ਵੱਲ ਨੂੰ ਜਿਹੜਾ ਜੀ ਉਹ ਵੱਧ ਸਕਦੇ ਨੇ। ਜੇ ਇਨ ਕੇਸ ਮੰਨ ਲਓ
ਜਿਹੜੇ ਕਮਿਊਨਿਸਟ ਆਗੂ ਨੇ ਉਹ ਕਿਸੇ ਸਮਝੌਤੇ ਦੇ ਤਹਿਤ ਜਿਹੜਾ ਜੀ ਅਕਾਲੀ ਦਲ ਦੇ ਨਾਲ ਤੁਰਦੇ ਨੇ, ਮੇਰਾ ਖਿਆਲ ਹੈ ਆਪਣੀ ਹੋਂਦ ਦੇ ਉੱਤੇ ਇੱਕ ਵੱਡਾ ਕੁਐਸਚਨ ਮਾਰਕ ਜਿਹੜਾ ਜੀ ਉਹ ਲਾ ਲੈਣਗੇ, ਕਿਉਂਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਜਿਹੜੇ ਨੇ ਉਹ ਧਰਮ ਦੇ ਨਾਂ ਦੇ ਉੱਤੇ ਬਣੀਆਂ ਹੋਈਆਂ ਪਾਰਟੀਆਂ ਨੇ। ਜਿਹੜੇ ਕਾਮਰੇਡ ਨੇ ਉਹ ਇਹ ਕਹਿੰਦੇ ਨੇ ਕਿ ਅਸੀਂ ਧਰਮ ਤੇ ਰਾਜਨੀਤੀ ਜਿਹੜੀ ਹੈ ਜੀ ਉਹ ਇਕੱਠੀ ਨਹੀਂ ਹੋਣ ਦੇਣੀ। ਦੂਜੇ ਪਾਸੇ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਬਿਕਰਮ ਸਿੰਘ ਮਜੀਠੀਆ ਹੋਰੀ ਨੇ ਉਹਨਾਂ ਨੇ ਵੀ ਹਰਦੇਵ ਅਰਸ਼ੀ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਤੇ ਅੱਗੋਂ ਮੁਲਾਕਾਤ ਕਰਵਾਉਣ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਉਹ ਰੋਲ ਜਿਹੜਾ ਜੀ ਉਹ ਨਿਭਾਇਆ। ਹਰਦੇਵ ਅਰਸ਼ੀ ਹੋਰਾਂ ਦਾ ਇਹ ਕਹਿਣਾ ਜੀ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਮੁਲਾਕਾਤ ਜਿਹੜੀ ਉਹ ਹੋਈ ਇਹ ਕੋਈ ਸਿਆਸੀ ਮੁਲਾਕਾਤ ਨਹੀਂ ਸੀ, ਇਹਦੇ ਵਿੱਚ ਕੋਈ ਸਿਆਸੀ ਚਰਚਾ ਨਹੀਂ ਹੋਇਆ, ਪਰ ਇਹ ਚਰਚਾ ਜਿਹੜਾ ਜੀ ਵੱਧ ਗਿਆ ਉਹਦਾ ਇੱਕ ਕਾਰਨ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਖੱਬੇ ਸੱਜੇ ਧਿਰਾਂ ਦੀ ਗੱਲਬਾਤ ਕਾਂਗਰਸ ਦੇ ਨਾਲ ਚੱਲ ਰਹੀ ਸੀ ਉਹ ਹਾਲ ਦੀ ਘੜੀ ਹੋਲਡ ਦੇ ਉੱਤੇ ਪੈ ਗਈ ਆ ਜੀ, ਉਹ ਗੱਲਬਾਤ ਅੱਗੇ ਨਹੀਂ ਵੱਧ ਰਹੀ। ਸੋ ਹੋ ਸਕਦਾ ਕਈ ਵਾਰੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਸਿਆਸਤ ਦੇ ਵਿੱਚ ਜਾਣ ਬੁੱਝ ਕੇ ਉਡਾਉਣ ਦੇ ਵਾਸਤੇ ਜਿਹੜੀਆਂ ਜੀ ਉਹ ਕੀਤੀਆਂ ਜਾਂਦੀਆਂ ਨੇ ਕਿ ਦੇਖਦੇ ਆ ਜਿਹੜੀ ਹੈ ਜੀ ਚੌਰਸ ਰਿੜਦੀ ਹੈ ਕਿ ਨਹੀਂ। ਲੈਟਸ ਸੀ ਇਹ ਜਿਹੜੀ ਮੁਲਾਕਾਤ ਹੋਈ ਹੈ ਸੁਖਬੀਰ ਸਿੰਘ ਬਾਦਲ ਤੇ ਹਰਦੇਵ ਸਿੰਘ ਅਰਸ਼ੀ ਹੋਰਾਂ ਦੀ, ਇਹ ਕਿਸੇ ਗੱਠਜੋੜ ਵੱਲ ਨੂੰ ਵੱਧਦੀ ਹੈ ਜਾਂ ਸਿਰਫ ਇੱਥੇ ਇੱਕ ਸਮਾਗਮ ਦੇ ਦੌਰਾਨ ਉਂਝ ਹੀ ਜਿਹੜੀ ਮੁਲਾਕਾਤ ਹੈ ਜੀ ਉੱਥੇ ਰਹਿ ਜਾਂਦੀ ਹੈ। ਸੋ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਵੇਂ ਅਕਾਲੀ ਦਲ ਅੰਦਰ ਖਾਤੇ ਜਿਹੜਾ ਜੀ ਉਹ ਕੋਸ਼ਿਸ਼ ਇਹ ਕਰ ਰਿਹਾ ਕਿ ਜੇ ਸਾਡੀ ਸਰਕਾਰ ਨਹੀਂ ਆ ਰਹੀ ਤਾਂ ਕਾਂਗਰਸ ਜਿਹੜੀ ਹੈ ਜੀ ਉਹਦੀ ਸਪੋਰਟ ਜਿਹੜੀ ਉਹ ਕੀਤੀ ਜਾਵੇ। ਸੋ ਉਹ ਸਪੋਰਟ ਕਿਵੇਂ ਕੀਤੀ ਜਾਵੇ, ਕਿਤੇ ਨਾ ਕਿਤੇ ਇਹ ਉਹਦਾ ਵੀ ਜਿਹੜਾ ਜੀ ਪਾਰਟ ਹੋ ਸਕਦਾ ਕਿ ਅੱਗੋਂ ਜਿਹੜਾ ਜੀ ਉਹਨਾਂ ਨੂੰ ਉਸ ਪਾਸੇ ਜੋੜਨ ਨੂੰ ਹੁਣ ਹਰਦੇਵ ਅਰਸ਼ੀ ਹੋਰਾਂ ਨੂੰ ਕੀ ਉਹ ਜੋੜ ਸਕਦੇ ਨੇ ਜਾਂ ਕਮਿਊਨਿਸਟ ਪਾਰਟੀ ਨੂੰ ਜੋੜ ਸਕਦੇ ਨੇ, ਇਹ ਆਉਣ ਵਾਲਾ ਸਮਾਂ ਦੱਸੂਗਾ। ਇੰਨਾ ਜ਼ਰੂਰ ਹੈ ਇਸ ਮੀਟਿੰਗ ਨੇ ਇੱਕ ਚਰਚਾ ਜਿਹੜੀ ਹੈ ਜੀ ਉਹ ਜ਼ਰੂਰ ਛੇੜ ਦਿੱਤੀ ਆ, ਬੇਸ਼ੱਕ ਇਹ ਜਿਹੜਾ ਬਿਲਕੁਲ ਅਣਕਿਆਸਿਆ ਜਿਹਾ ਗੱਠਜੋੜ ਹੀ ਕਿਉਂ ਨਾ ਹੋਵੇ ਜੀ। ਬਿਲਕੁਲ ਜੀ, ਦੇਖਦੇ ਹਾਂ ਜੀ ਗੱਠਜੋੜ ਹੁੰਦਾ ਜਾਂ ਨਹੀਂ ਵੀ ਹੁੰਦਾ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ, ਹੋਰ ਗੱਲਾਂ ਬੰਦ ਕਰਨ ਨੂੰ ਬਹੁਤ ਤਰ੍ਹਾਂ ਦੀਆਂ ਹੁੰਦੀਆਂ। ਅੱਗੇ ਆਪਾਂ ਗੱਲ ਕਰਦੇ ਹਾਂ ਪੰਜਾਬ ਦੀਆਂ ਸਿਆਸੀ ਧਿਰਾਂ ਦੀਆਂ ਗਿਣਤੀਆਂ ਮਿਣਤੀਆਂ ਫੇਲ ਹੋਈਆਂ। ਐਕਚੁਅਲੀ ਗਿਣਤੀਆਂ ਮਿਣਤੀਆਂ ਤਾਂ ਬਹੁਤੇ ਲੋਕਾਂ ਦੀਆਂ ਜਿਹੜੀਆਂ ਜੀ ਉਹ ਫੇਲ ਹੋ ਗਈਆਂ। ਜਿਹੜੇ ਬਹੁਤ ਸਾਰੇ ਅਫਸਰ ਨੇ ਜੀ ਉਹ ਵੀ ਇੱਕ ਦੂਜੇ ਨੂੰ ਪੁੱਛਦੇ ਰਹੇ ਵੀ ਹੁਣ ਕੀ ਹੋਊਗਾ, ਕਿਉਂਕਿ ਅਸਲ 'ਚ ਗਿਣਤੀਆਂ ਮਿਣਤੀਆਂ ਤਾਂ ਫੇਲ ਹੋਈਆਂ ਜਿਨ੍ਹਾਂ ਦੇ ਜਿਹੜੇ ਬਾਕਸ ਬੈੱਡ ਹੁੰਦੇ ਆ ਜੀ ਉਹ ਭਰੇ ਪਏ ਨੇ, ਜਿਨ੍ਹਾਂ ਦੀਆਂ ਬਾਰੀਆਂ ਜਿਹੜੀਆਂ ਜੀ ਉਹ ਭਰੀਆਂ ਪਈਆਂ ਨੇ ਘਰਾਂ ਦੇ ਅੰਦਰ ਨੋਟਾਂ ਦੇ ਨਾਲ। ਇਹ ਨੋਟ ਜਾਣਗੇ ਕਿੱਧਰ ਨੂੰ, ਇਹ ਸਵਾਲ ਹਰੇਕ ਵਿਅਕਤੀ ਦੇ ਚਿਹਰੇ ਦੇ ਉੱਤੇ ਆ ਜੀ। ਜਿਹਦੇ ਵਿਚਾਰੇ ਕੋਲੇ ਕੋਈ 15-20 ਹਜ਼ਾਰ ਆ ਉਹਦੇ ਚਿਹਰੇ ਦੇ ਉੱਤੇ ਵੀ ਆ, ਜਿਹਦੇ 15-20 ਕਰੋੜ ਹੋਊਗਾ ਉਹਦੇ ਚਿਹਰੇ ਤੇ ਤਾਂ ਹੋਣਾ ਹੀ ਹੋਣਾ ਜੀ ਜਿਹੜਾ। ਸੋ ਜਿਹੜੀਆਂ ਸਿਆਸੀ ਧਿਰਾਂ ਨੇ ਉਹਦੀਆਂ ਗਿਣਤੀਆਂ ਮਿਣਤੀਆਂ ਵੀ ਜਿਹੜੀਆਂ ਜੀ ਉਹ ਫੇਲ ਹੋ ਗਈਆਂ। ਇਹ ਕਿਹਾ ਜਾ ਰਿਹਾ ਜੀ ਕਿ ਵਿਧਾਨ ਸਭਾ ਚੋਣਾਂ ਦੇ ਦੌਰਾਨ 1500 ਕਰੋੜ ਰੁਪਈਏ ਦੀ ਬਲੈਕ ਮਨੀ ਦੀ ਜਿਹੜੀ ਆ ਜੀ ਉਹ ਵਰਤੋਂ ਦਾ ਅਨੁਮਾਨ ਇੱਕ ਜਿਹੜਾ ਉਹ ਲਾਇਆ ਜਾ ਰਿਹਾ ਸੀਗਾ। 500 ਤੇ 1000 ਰੁਪਈਏ ਦੇ ਕਰੰਸੀ ਦੇ ਨੋਟ ਜਿਹੜੇ ਆ ਜੀ ਉਹ ਬੰਦ ਕਰਨ ਦੇ ਫੈਸਲੇ ਦੇ ਨਾਲ ਪੰਜਾਬ ਦੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਦੇ ਵੱਲੋਂ ਰਾਜ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਬਲੈਕ ਮਨੀ ਦੀ ਵਰਤੋਂ ਕਰਨੀ ਇੱਕ ਤਰੀਕੇ ਦੇ ਨਾਲ ਅਸੰਭਵ ਜੀ ਜਿਹੜੀ ਆ ਜੀ ਉਹ ਹੋ ਗਈ ਆ। ਜਿਹੜਾ ਚੋਣ ਕਮਿਸ਼ਨ ਹੈ ਉਹਨੇ ਵੀ ਜਿਹੜਾ ਆਮਦਨ ਕਰ ਵਿਭਾਗ ਦੇ ਰਾਹੀਂ ਸਿਆਸਤਦਾਨਾਂ ਦੇ ਵੱਲੋਂ ਕਰੰਸੀ ਜਿਹੜੀ ਆ ਜੀ ਉਹ ਤਬਦੀਲ ਕੀਤੇ ਜਾਣ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸੰਭਾਵੀ ਜਿਹੜੇ ਤੇ ਐਲਾਨੇ ਜਾ ਚੁੱਕੇ ਉਮੀਦਵਾਰ ਨੇ ਜੀ ਉਹ ਵੀ ਇਹ ਕਹਿੰਦੇ ਨੇ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਿਹੜੀ ਹੈ ਜੀ ਇਹ ਇੱਕ ਵੱਡੀ ਮੁਸੀਬਤ ਖੜੀ ਹੋ ਗਈ ਹੈ। ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਉਹ ਕਹਿੰਦੇ 5 ਤੋਂ 7 ਕਰੋੜ ਰੁਪਈਆ ਪ੍ਰਤੀ ਉਮੀਦਵਾਰ ਨੇ ਖਰਚ ਹੋਣਾ ਸੀਗਾ। ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੇ 8 ਤੋਂ 10 ਕਰੋੜ ਰੁਪਈਆ ਇੱਕ ਉਮੀਦਵਾਰ ਨੇ ਲਾਉਣਾ ਸੀਗਾ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਜੀ ਕਿ ਸਾਡੀ ਚੋਣ ਥੋੜੀ ਸਸਤੀ ਸੀ, 50 ਲੱਖ ਤੋਂ ਲੈ ਕੇ ਕਰੋੜ ਰੁਪਈਏ ਤੱਕ ਜਿਹੜਾ ਜੀ ਉਹ ਅਸੀਂ ਲਾਉਣਾ ਸੀਗਾ। ਹੁਣ ਜਿਨ੍ਹਾਂ ਨੇ ਘੱਟ ਲਾਉਣਾ ਸੀ ਉਹਨਾਂ ਥੋੜੀ ਜੀ ਖੁਸ਼ੀ ਦਾ ਜਿਹੜਾ ਜੀ ਉਹ ਮਾਹੌਲ ਹੈ ਕਿ ਇਹਦੇ ਨਾਲ ਜਿਨ੍ਹਾਂ ਨੇ ਜ਼ਿਆਦਾ ਪੈਸੇ ਖਰਚ ਕੇ ਇਹ ਵੋਟਾਂ ਖਰੀਦ ਲੈਣੀਆਂ ਸੀਗੀਆਂ ਉਹਨਾਂ ਦੇ ਉੱਤੇ ਜਿਹੜਾ ਜੀ ਇਹਦਾ ਅਸਰ ਪਊਗਾ। ਹੁਣ ਸਵਾਲ ਇਹ ਆ ਕਿ ਜਿਨ੍ਹਾਂ ਦੇ ਕੋਲੇ ਇੰਨਾ ਪੈਸਾ ਹੈ ਕਰੋੜਾਂ ਰੁਪਈਏ ਦਾ, ਉਹ ਕੋਈ ਨਾ ਕੋਈ ਜੁਗਾੜ ਤਾਂ ਜਿਹੜਾ ਜੀ ਉਹ ਕਰਨਗੇ, ਕਿਉਂਕਿ ਕਿੰਤੂ ਪਰੰਤੂ ਤਾਂ ਜਿਹੜੇ ਨੇ ਜੀ ਉਹ ਇੱਥੇ ਖੜੇ ਹੋਣੇ ਸ਼ੁਰੂ ਹੋ ਗਏ ਨੇ। ਇਸ ਜਿਹੜਾ 500,000 ਵਾਲੇ ਨੋਟਾਂ ਦਾ ਜਿਹੜਾ ਸਭ ਤੋਂ ਵੱਡਾ ਕਿੰਤੂ ਪਰੰਤੂ ਖੜਾ ਇਹ ਹੋ ਰਿਹਾ ਕਿ ਜਿਵੇਂ ਇਹ ਪ੍ਰਚਾਰਿਆ ਜਾ ਰਿਹਾ ਕਿ ਜੀ ਅਸੀਂ ਤਾਂ ਚੁੱਪ ਕੀਤਾ ਜਿਹੜਾ ਜੀ ਪੈੜ ਦੱਬ ਲਈ, ਅਸੀਂ ਤਾਂ ਕਿਸੇ ਨੂੰ ਨਿਕਲਣ ਨਹੀਂ ਦਿੱਤਾ। ਹੁਣ ਉਹ ਸਵਾਲ ਇਹ ਖੜਾ ਕਰ ਰਹੇ ਨੇ ਕੁਝ ਲੋਕ ਕਿ ਫਿਰ 2000 ਰੁਪਈਏ ਦਾ ਨੋਟ
ਤੇ 500 ਰੁਪਏ ਦਾ ਨੋਟ ਜਿਹੜਾ ਸੀਗਾ ਜੀ ਉਹ ਕੁਝ ਦਿਨ ਪਹਿਲਾਂ ਉਹਦੀਆਂ ਇੰਨੀਆਂ ਫੋਟੋਆਂ ਕਿੱਥੋਂ ਆਈਆਂ ਜੀ, ਭਾਵ ਕਿ ਉਹਨੂੰ ਆਫੀਸ਼ੀਅਲੀ ਤੌਰ ਦੇ ਉੱਤੇ ਇੱਕ ਕਿਸਮ ਦੇ ਨਾਲ ਰਿਲੀਜ਼ ਕਰਕੇ ਇਸ਼ਾਰਾ ਵੱਡੇ ਲੋਕਾਂ ਨੂੰ ਦੇ ਦਿੱਤਾ ਗਿਆ ਸੀਗਾ ਕਿ ਉਹ ਆਪਣੇ ਨੋਟ ਜਿਹੜੇ ਨੇ ਉਹ ਤਬਦੀਲ ਕਰਾਉਣ ਵੱਲ ਨੂੰ ਕੋਈ ਨਾ ਕੋਈ ਜਿਹੜਾ ਜੀ ਕਦਮ ਪੁੱਟ ਲੈਣ। ਕੀ ਉਹਨਾਂ ਨੇ ਕਦਮ ਪੁੱਟੇ ਨੇ? ਕੀ ਉਹਨਾਂ ਨੇ ਫੋਰਨ ਦੀ ਮਨੀ ਜਿਹੜੀ ਆ ਜੀ ਉਹ ਲੈ ਲਈ ਆ, ਕਿਸੇ ਨੇ ਸੋਨੇ 'ਚ ਇਨਵੈਸਟ ਕਰ ਲਿਆ, ਕਿਸੇ ਨੇ ਕਿਤੇ ਹੋਰ ਜਗ੍ਹਾ ਇਨਵੈਸਟ ਕਰ ਲਿਆ। ਇਸ ਕਿਸਮ ਦੀਆਂ ਕਈ ਗੱਲਾਂ ਜਿਹੜੀਆਂ ਜੀ ਉਹ ਚੱਲੀ ਜਾ ਰਹੀਆਂ ਨੇ। ਬਿਲਕੁਲ ਜੀ, ਜਿਹਨਾਂ ਤੋਂ ਬਚਾਉਂਦੇ ਆ ਉਹਨਾਂ ਦੇ ਤਾਂ ਹੋਰ ਬਥੇਰੇ ਜਿਹੜੇ ਰਾਹ ਹੈਗੇ ਆ ਜੀ, ਅਤੇ ਬਾਕੀ ਜਿਹਨਾਂ ਨੂੰ ਮੁਸ਼ਕਿਲਾਂ ਹੈਗੀਆਂ ਆਮ ਬੰਦਿਆਂ ਨੂੰ ਉਹਨਾਂ ਨੂੰ ਮੁਸ਼ਕਿਲਾਂ ਹੀ ਆ। ਅਤੇ ਅੱਗੇ ਆਪਾਂ ਦਰਿਆਈ ਪਾਣੀਆਂ ਦੀ ਗੱਲ ਕਰੀਏ ਤੇ ਉਹਨਾਂ ਦਾ ਜਿਹੜਾ ਫੈਸਲਾ ਆ ਸੁਪਰੀਮ ਕੋਰਟ ਦਾ ਉਹ ਅੱਜ ਹੋਵੇਗਾ ਜੀ। ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ 2004 ਦੀ ਜਿਹੜੀ ਆ ਜੀ ਪ੍ਰਾਮਾਣਿਕਤਾ, ਇਹਦੇ ਬਾਰੇ ਸੁਪਰੀਮ ਕੋਰਟ ਆਪਣੀ ਜਿਹੜੀ ਆ ਜੀ ਉਹ ਅੱਜ ਰਾਏ ਦੇ ਸਕਦਾ ਹੈ। ਇਸ ਐਕਟ ਦੇ ਤਹਿਤ ਪੰਜਾਬ ਨੇ ਜਿਹੜਾ ਜੀ ਆਪਣੇ ਗੁਆਂਢੀ ਸੂਬਿਆਂ ਖਾਸ ਤੌਰ ਤੇ ਹਰਿਆਣਾ ਦੇ ਨਾਲ ਦਰਿਆਈ ਪਾਣੀਆਂ ਦੇ ਬਾਰੇ ਸਾਰੇ ਸਮਝੌਤੇ ਜਿਹੜੇ ਜੀ ਉਹ ਰੱਦ ਕੀਤੇ ਸੀਗੇ। ਜਸਟਿਸ ਅਨਿਲ ਆਰ ਦਵੇ ਦੀ ਅਗਵਾਈ ਵਾਲਾ ਜਿਹੜਾ 5 ਮੈਂਬਰੀ ਬੈਂਚ ਹੈ ਉਹ ਅੱਜ ਕੁਝ 3:30 ਵਜੇ ਇਹ ਆਪਣਾ ਫੈਸਲਾ ਜਿਹੜਾ ਜੀ ਉਹ ਸੁਣਾ ਸਕਦਾ ਹੈ। ਅਜਿਹਾ ਜਿਹੜਾ ਜੀ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਨੇ। ਫੈਸਲਾ ਤਾਂ ਐਕਚੁਅਲੀ ਇਹ ਕੀਤਾ ਹੋਇਆ, ਇਹ ਫੈਸਲਾ ਜਿਹੜਾ ਜੀ ਉਹ ਤੁਸੀਂ ਇਹ ਕਹਿ ਲਓ ਕਿ ਰਾਖਵਾਂ ਰੱਖਿਆ ਹੋਇਆ ਸੀਗਾ ਜੀ। 12 ਮਈ ਨੂੰ ਜਿਹੜੀ ਹੈ ਜੀ ਇਹਦੀ ਸਾਰੀ ਜ਼ਿਰਾ ਸੁਣੀ ਸੀਗੀ ਇਹਨਾਂ ਮਾਨਯੋਗ ਜੱਜਾਂ ਨੇ, ਔਰ ਪੰਜਾਬ ਵਿਧਾਨ ਸਭਾ ਨੇ 12 ਜੁਲਾਈ 2004 ਨੂੰ ਇੱਕ ਤਰਫਾ ਤੌਰ ਦੇ ਉੱਤੇ ਦਰਿਆਈ ਪਾਣੀਆਂ ਦੇ ਬਾਰੇ ਸਾਰੇ ਸਮਝੌਤੇ ਜਿਹੜੇ ਜੀ ਉਹ ਰੱਦ ਕਰਨ ਦੇ ਉੱਤੇ ਹਰਿਆਣਾ ਤੇ ਹੋਰ ਰਿਪੇਰੀਅਨ ਰਾਜਾਂ ਨੇ ਇਤਰਾਜ਼ ਕੀਤਾ ਸੀਗਾ। ਇਹ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਅਗਵਾਈ ਵਾਲੀ ਜਿਹੜੀ ਸਰਕਾਰ ਸੀਗੀ ਜੀ ਉਹਨੇ ਰਾਸ਼ਟਰਪਤੀ ਰਾਹੀਂ ਸੁਪਰੀਮ ਕੋਰਟ ਨੂੰ ਇਹ ਮਾਮਲਾ ਸੌਂਪਿਆ ਸੀਗਾ। ਸੁਪਰੀਮ ਕੋਰਟ ਨੇ ਕੋਈ ਫੈਸਲਾ ਨਹੀਂ ਦੇਣਾ, ਪਹਿਲੀ ਤਾਂ ਗੱਲ ਹੈ ਜੀ ਕਿ ਉਹਨੇ ਇਹ ਨਹੀਂ ਕਹਿਣਾ ਕਿ ਆਹ ਕਰ ਦਿਓ, ਉਹਨੇ ਰਾਸ਼ਟਰਪਤੀ ਨੂੰ ਸਲਾਹ ਦੇਣੀ ਹੈ ਕਿ ਇਸ ਮਸਲੇ ਦੇ ਉੱਤੇ ਰਾਸ਼ਟਰਪਤੀ ਜਿਹੜਾ ਜੀ ਉਹ ਕੀ ਕਰਨ। ਜੋ ਵੀ ਅੱਜ ਸਲਾਹ ਜਿਹੜੀ ਹੈ ਜੀ ਸੁਪਰੀਮ ਕੋਰਟ ਦੇਊਗਾ ਇਹ ਜਿਹੜੀ ਹੈ ਜੀ ਰਾਸ਼ਟਰਪਤੀ ਦੇ ਕੋਲੇ ਜਾਊਗੀ। ਰਾਸ਼ਟਰਪਤੀ ਇਹਦੇ ਉੱਤੇ ਫਿਰ ਜਿਹੜਾ ਜੀ ਆਪਣੀ ਟੀਕਾ ਟਿੱਪਣੀ ਕਰਨਗੇ ਕਿ ਉਹਨਾਂ ਨੇ ਇਹਦੇ ਸੰਦਰਭ ਦੇ ਵਿੱਚ ਜਿਹੜਾ ਜੀ ਉਹ ਕੀ ਕਰਨਾ। ਇਹਦੇ ਉੱਤੇ ਸਿਆਸਤ ਜਿਹੜੀ ਹੈ ਜੀ ਉਹ ਭਖਵੀਂ ਸ਼ੁਰੂ ਹੋ ਗਈ ਆ। ਕਾਂਗਰਸ ਕਹਿੰਦੀ ਆ, ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਆ ਮੈਂ ਅਸਤੀਫਾ ਜਿਹੜਾ ਜੀ ਉਹ ਦੇ ਦੇਣਾ ਆਪਣੀ ਲੋਕ ਸਭਾ ਸੀਟ ਤੋਂ। ਉਹ ਦਿੱਤਾ ਜਾਂ ਨਾ ਦਿੱਤਾ ਅਸਤੀਫਾ ਇੱਕੋ ਬਰਾਬਰ ਹੈ, ਕਿਉਂਕਿ ਉਹ ਕਿਹੜਾ ਗਏ ਨੇ ਪਾਰਲੀਮੈਂਟ ਦੇ ਵਿੱਚ, ਨਾ ਕੋਈ ਅੱਗੋਂ ਜਾਣ ਦੇ ਉਹਨਾਂ ਦੇ ਅਸਾਰ ਨੇ। ਉਹ ਤਾਂ ਜਿਹੜਾ ਜੀ ਅਸਤੀਫਾ ਦੇਣ ਜਾਂ ਨਾ ਦੇਣ ਕੋਈ ਬਹੁਤਾ ਫਰਕ ਨਹੀਂ ਪੈਣਾ। ਨਾਲ ਦੀ ਨਾਲ ਉਹ ਇਹ ਵੀ ਕਹਿੰਦੇ ਨੇ ਕਿ ਕਾਂਗਰਸ ਵਾਲੇ ਜਿਹੜੇ ਨੇ ਉਹਨਾਂ ਨੇ ਵਿਧਾਨ ਸਭਾ ਤੋਂ ਵੀ ਅਸਤੀਫੇ ਜਿਹੜੇ ਆ ਜੀ ਉਹ ਦੇ ਦੇਣੇ ਆ। ਹੁਣ ਚਿਰ ਕਿੰਨਾ ਕੁ ਰਹਿ ਗਿਆ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਇਹ ਅਸਤੀਫਾ ਦੇਣ ਤੋਂ। ਸੋ ਇਹ ਜਿਹੜੀ ਆ ਜੀ ਚਾਲ ਚੱਲੀ ਜਾਊਗੀ ਕਾਂਗਰਸ ਦੀ ਤਰਫੋਂ। ਪ੍ਰਕਾਸ਼ ਸਿੰਘ ਬਾਦਲ ਹੋਰੀ ਜਦੋਂ ਪਿਛਲੇ ਦਿਨਾਂ ਦੇ ਵਿੱਚ 1 ਨਵੰਬਰ ਨੂੰ ਦਿਨ ਮਨਾਇਆ, ਉੱਥੇ ਆ ਕੇ ਉਹਨਾਂ ਨੇ ਉਦੋਂ ਉੱਥੇ ਉਹਨਾਂ ਨੇ ਇਹ ਗੱਲ ਕਹੀ ਸੀ ਜਿਹੜੇ ਕੇਂਦਰੀ ਆਗੂ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਕਿ ਉਹ ਸੁਪਰੀਮ ਕੋਰਟ ਦੇ ਕਿਸੇ ਫੈਸਲੇ ਨੂੰ ਮੰਨਣਗੇ ਨਹੀਂ। ਉਹਨਾਂ ਨੇ ਜਿਹੜੀ ਇੱਦਾਂ ਦੀ ਬੜਕ ਮਾਰੀ ਸੀ, ਪਰ ਜਿਹੜੇ ਦੋਨੋਂ ਪਾਰਟੀਆਂ ਨੇ ਇਹ ਉਹਨਾਂ ਦੀ ਅਸਲੀਅਤ ਜਿਹੜੀ ਹੈ ਜੀ ਉਹ ਜੱਗ ਜਾਣਦਾ। ਜਦੋਂ SYL ਦੇ ਉੱਤੇ ਟੱਕ ਲਾਇਆ ਗਿਆ ਸੀਗਾ ਤਾਂ ਉਦੋਂ ਜਿਹੜੀ ਚਾਂਦੀ ਦੀ ਕਹੀ ਦਿੱਤੀ ਸੀਗੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦਿੱਤੀ ਸੀ ਉਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੋਰਾਂ ਨੂੰ। ਦੇਵੀ ਲਾਲ ਹੋਰਾਂ ਦੇ ਨਾਲ, ਚੌਧਰੀ ਦੇਵੀ ਲਾਲ ਹੋਰਾਂ ਦੇ ਨਾਲ SYL ਸੰਬੰਧੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸਮਝੌਤਾ ਕੀ ਕੀਤਾ ਸੀਗਾ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਪਰ ਦੋਨੋਂ ਪਾਰਟੀਆਂ ਜਿਹੜੀਆਂ ਨੇ ਉਹ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨ ਦਾ ਯਤਨ ਜਿਹੜਾ ਜੀ ਉਹ ਜ਼ਰੂਰ ਕਰਨਗੀਆਂ। ਪੰਜਾਬ ਦੀ ਸਿਆਸਤ ਦੇ ਵਿੱਚ ਉਥਲ ਪੁਥਲ ਜਿਹੜੀ ਆ ਜੀ ਉਹ ਇਸ ਅੱਜ ਆਉਣ ਵਾਲੇ ਫੈਸਲੇ ਤੋਂ ਬਾਅਦ ਕਾਫੀ ਵੱਡੇ ਪੱਧਰ ਦੇ ਉੱਤੇ ਵੇਖਣ ਨੂੰ ਮਿਲੂਗੀ ਜੀ। ਤਾਂ ਦੇਖਦੇ ਜੀ ਆਉਣ ਵਾਲੇ ਟਾਈਮ 'ਚ ਕਿਸ ਤਰ੍ਹਾਂ ਦਾ ਫੈਸਲਾ ਆਉਂਦਾ ਆ। ਤਾਂ ਕਿ ਆਪਾਂ ਸਰਬੱਤ ਖਾਲਸਾ ਦੀ ਗੱਲ ਕਰੀਏ, ਉਹਨਾਂ ਦੇ ਆਗੂਆਂ ਦੀ ਮੀਟਿੰਗ ਅੱਜ ਹੋਵੇਗੀ ਤੇ ਲੋਕਾਂ ਦੀਆਂ ਨਜ਼ਰਾਂ ਉਹਨਾਂ ਵੱਲ ਜੀ। ਇੱਕ ਮੀਟਿੰਗ ਜਿਹੜੀ ਹੈ ਜੀ ਜਿਹੜੇ ਕੁਝ ਆਗੂ ਨੇ ਉਹਨਾਂ ਨੇ ਸੰਗਰੂਰ ਦੇ ਵਿੱਚ ਕੀਤੀ ਹੈ ਜੀ। ਬੇਸ਼ੱਕ ਪੁਲਿਸ ਜਿਹੜੀ ਆ ਉਹ ਛਾਪੇਮਾਰੀ ਕਰਦੀ ਰਹੀ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ, ਪਰ ਇਹ ਛਾਪੇਮਾਰੀ ਦੇ ਤੋਂ ਬਿਨਾਂ ਜੀ ਜਿਹੜਾ ਜੀ ਇਹਨਾਂ ਨੇ ਮੀਟਿੰਗ ਦੇ ਸਥਾਨ ਜਿਹੜੇ ਸੀ ਉਹ ਬਾਰ-ਬਾਰ ਬਦਲ ਕੇ ਉੱਥੇ ਮੀਟਿੰਗ ਜਿਹੜੀ ਆ ਜੀ ਉਹ ਕੀਤੀ ਦੱਸੀ ਜਾਂਦੀ ਹੈ। ਇਹਦੇ ਵਿੱਚ ਅੱਜ ਜਿਹੜੇ ਰਾਜਸਥਾਨ ਦੇ ਵਿੱਚ ਹੈ ਜੀ ਉੱਥੇ ਮੀਟਿੰਗ ਦੇ ਸੰਬੰਧੀ ਵਿਚਾਰ ਚਰਚਾ ਜਿਹੜੇ ਆ ਜੀ ਉਹ ਕੀਤੇ ਗਏ ਆ। ਜਿਹੜੇ ਆਗੂ ਤਾਂ ਗ੍ਰਿਫਤਾਰ ਹੋ ਗਏ ਆ ਉਹ ਨਹੀਂ, ਜਿਹੜੇ ਆਗੂ ਅਜੇ ਬਾਹਰ ਹੈਗੇ ਨੇ ਉਹਨਾਂ ਦੇ ਰਾਜਸਥਾਨ ਵਾਲੀ ਮੀਟਿੰਗ ਦੇ ਵਿੱਚ ਜਿਹੜਾ ਜੀ ਉਹ ਪਹੁੰਚਣ ਦੇ ਆਸਾਰ ਨੇ।
ਉੱਥੇ ਜਿਹੜਾ ਇਹਨਾਂ ਨੇ ਮੀਟਿੰਗ ਇਹ ਸੱਦੀ ਹੈ ਸਰਬੱਤ ਖਾਲਸਾ ਜਿਹੜਾ ਸੀਗਾ ਜੀ ਉਹਨੂੰ ਪੋਸਟਪੋਨ ਕਰਨ ਤੋਂ ਬਾਅਦ ਕਿ ਇਸ ਮੀਟਿੰਗ ਦੇ ਵਿੱਚ ਸੰਗਤਾਂ ਜਿਹੜੀਆਂ ਜੀ ਉਹ ਸ਼ਾਮਲ ਹੋਣ। ਹੁਣ ਸੰਗਤਾਂ ਉੱਥੇ ਕਿੰਨੀਆਂ ਕੁ ਪਹੁੰਚ ਸਕਦੀਆਂ ਨੇ ਇਹ ਤਾਂ ਬਹੁਤਾ ਨਹੀਂ ਪਤਾ ਜੀ, ਨਾ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਦੇ ਕੋਈ ਆਸਾਰ ਨੇ। ਆਗੂ ਜਿਹੜੇ ਨੇ ਉੱਥੇ ਮੀਟਿੰਗ ਕਰਨਗੇ, ਕਰ ਸਕਦੇ ਨੇ, ਕਿਹੋ ਜਿਹਾ ਸ਼ਿਕੰਜਾ ਉਹਨਾਂ ਦੇ ਉੱਤੇ ਰਹੂਗਾ ਇਹ ਵੇਖਣ ਵਾਲੀ ਗੱਲ ਜਿਹੜੀ ਆ ਜੀ ਉਹ ਰਹੂਗੀ। ਪਰ ਬਹੁਤੀ ਜਿਹੜੀ ਨਿਗਾਹ ਉਹ ਇਸ ਪਾਸੇ ਵੱਲ ਲੱਗੀ ਰਹੂਗੀ ਕਿ ਜੇ ਉੱਥੇ ਇਹ ਲੀਡਰ ਪਹੁੰਚ ਕੇ ਸਰਬੱਤ ਖਾਲਸਾ ਵਾਲੇ ਨੇਤਾ ਜਿਹੜੇ ਨੇ ਉਹ ਪਹੁੰਚ ਕੇ ਮੀਟਿੰਗ ਕਰ ਜਾਂਦੇ ਨੇ ਤੇ ਉਹਦੇ ਵਿੱਚ ਉਹ ਫੈਸਲਾ ਕੀ ਲੈਣਗੇ। ਕੀ ਉਹ ਅਗਲੀ ਸਰਬੱਤ ਖਾਲਸਾ ਦੀ ਤਰੀਕ ਜਿਹੜੀ ਆ ਜੀ ਉਹਦਾ ਐਲਾਨ ਕਰਨਗੇ, ਕਿਉਂਕਿ ਪੰਜਾਬ ਦੇ ਵਿੱਚ ਚੋਣ ਜ਼ਾਬਤਾ ਜਿਹੜਾ ਜੀ ਉਹ ਲੱਗਣ ਦੇ ਨੇੜੇ ਆ। ਇਸ ਮਹੀਨੇ ਦੇ ਅੰਤ ਤੱਕ ਜਿਹੜਾ ਜੀ ਇਹ ਚੋਣ ਜ਼ਾਬਤਾ ਲੱਗ ਸਕਦਾ। ਉਦੋਂ ਪਹਿਲਾਂ ਇਹ ਐਲਾਨ ਜਿਹੜਾ ਜੀ ਨਹੀਂ ਹੋ ਸਕਦਾ ਕਿਸੇ ਨਵੇਂ ਸਰਬੱਤ ਖਾਲਸਾ ਦੀ ਤਰੀਕ ਦਾ। ਜੇ ਬਾਅਦ ਦੇ ਵਿੱਚ ਹੁੰਦਾ ਤਾਂ ਉਹਦੀ ਪਰਮਿਸ਼ਨ ਜਿਹੜੀ ਆ ਜੀ ਚੋਣ ਕਮਿਸ਼ਨ ਤੋਂ ਲੈਣੀ ਪਊਗੀ। ਕੀ ਉਹ ਇਸ ਤਰ੍ਹਾਂ ਦੀ ਜਿਹੜੀ ਧਾਰਮਿਕ ਇੱਕ ਇਕੱਠ ਹੈ ਉਹ ਕਰਨ ਦੀ ਇਜਾਜ਼ਤ ਦਊਗਾ, ਇਹ ਬਾਅਦ ਵਾਲੀ ਗੱਲ ਹੈ। ਜਿਹੜਾ ਇਹਨੂੰ ਵੇਖਿਆ ਇਹ ਜਾ ਰਿਹਾ ਜੀ ਕਿ ਸ਼ਾਇਦ ਜੋ ਸਰਬੱਤ ਖਾਲਸਾ ਦੇ ਵਿੱਚ ਫੈਸਲੇ ਕੁਝ ਲਏ ਜਾਣੇ ਸੀ ਉਹਦੇ ਵਿੱਚੋਂ ਕੋਈ ਇੱਕ ਅੱਧ ਫੈਸਲਾ ਜਿਹੜਾ ਜੀ ਉਹਦਾ ਐਲਾਨ ਇਹ ਆਗੂ ਉੱਥੇ ਕਰ ਸਕਦੇ ਆ। ਕੋਈ ਜਿਹੜਾ ਜੀ ਇਹ ਰੱਦ ਹੋਣ ਤੋਂ ਬਾਅਦ ਕੋਈ ਜੇ ਇਹ ਕਿਹਾ ਜਾਵੇ ਕਿ ਬਹੁਤ ਵੱਡੀ ਐਕਸਾਈਟਮੈਂਟ ਉੱਥੇ ਜਾਣ ਦੀ ਸਿੱਖ ਸੰਗਤਾਂ ਦੇ ਵਿੱਚ ਰਾਜਸਥਾਨ ਦਿਸ ਰਹੀ ਹੋਵੇ, ਇਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਆ ਜੀ ਉਹ ਨਹੀਂ ਦਿਸ ਰਹੀ। ਜਿਹੜੇ ਆਗੂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਗਏ ਨੇ 107-51 ਦੇ ਤਹਿਤ, ਉਹਨਾਂ ਦੀ ਰਿਹਾਈ ਵੀ ਅੱਜ ਵਾਲੀ ਮੀਟਿੰਗ ਦੇ ਉੱਤੇ ਬਹੁਤਾ ਕੁਝ ਜਿਹੜਾ ਜੀ ਉਹ ਨਿਰਭਰ ਕਰੂਗੀ ਕਿ ਉੱਥੇ ਕੀ ਫੈਸਲਾ ਲਿਆ ਜਾਂਦਾ। ਜੇ ਨਵੀਂ ਤਰੀਕ ਦਾ ਐਲਾਨ ਕੀਤਾ ਜਾਂਦਾ ਤਾਂ ਉਹਨਾਂ ਦੀ ਰਿਹਾਈ ਜਿਹੜੀ ਔਖੀ ਹੋਊਗੀ, ਨਹੀਂ ਤਾਂ ਅਗਲੇ 2-4 ਦਿਨਾਂ ਦੇ ਦੌਰਾਨ ਉਹ ਰਿਹਾ ਕਰ ਦਿੱਤੇ ਜਾਣਗੇ ਜੀ। ਹਾਂ ਬਿਲਕੁਲ ਜੀ, ਇਹ ਵੀ ਤੇ ਭੰਬਲ ਭੂਸਾ ਗਿਆ ਸਿੱਖ ਕੌਮ ਲਈ ਕਿ ਕੀ ਹੁੰਦਾ ਹੈ। ਤੇ ਅੱਗੇ ਆਪਾਂ ਬਲਵੰਤ ਸਿੰਘ ਰਾਜੋਆਣਾ ਦੀ ਗੱਲ ਕਰੀਏ, ਉਸ ਦੀ ਭੁੱਖ ਹੜਤਾਲ ਅਜੇ ਵੀ ਜਾਰੀ ਜੀ। ਬਲਵੰਤ ਸਿੰਘ ਰਾਜੋਆਣਾ ਜਿਹੜਾ ਜੀ 3 ਨਵੰਬਰ ਤੋਂ ਪਟਿਆਲੇ ਜੇਲ੍ਹ ਦੇ ਵਿੱਚ ਉਹਨੇ ਭੁੱਖ ਹੜਤਾਲ ਸ਼ੁਰੂ ਕੀਤੀ ਸੀਗੀ। ਰਜਿੰਦਰਾ ਹਸਪੀਟਲ ਇੱਥੇ ਜਿਹੜਾ ਸਰਕਾਰੀ ਹਸਪੀਟਲ ਹੈ ਪਟਿਆਲੇ ਦੇ ਵਿੱਚ ਜੀ, ਉੱਥੇ ਉਹਦੀ ਭੁੱਖ ਹੜਤਾਲ ਜਿਹੜੀ ਆ ਉਹ ਜਾਰੀ ਹੈ। ਉਹਨੇ ਜਿਹੜਾ ਜੀ ਕੁਝ ਵੀ ਨਹੀਂ ਖਾਧਾ। ਜਿਹੜੇ ਡਾਕਟਰ ਨੇ ਉਹਨਾਂ ਤੋਂ ਉਹ ਇਲਾਜ ਕਰਾਉਣ ਤੋਂ ਆਨਾਕਾਨੀ ਜਿਹੜੀ ਜੀ ਕਰ ਰਿਹਾ, ਪਰ ਇਲਾਜ ਉਹਦਾ ਜਿਹੜਾ ਜੀ ਉਹ ਹੋ ਰਿਹਾ। ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਮੂੰਹ ਬੋਲੀ ਭੈਣ ਹੈ ਕਮਲਦੀਪ ਕੌਰ, ਉਹਨੇ ਉਹਦੇ ਅਨੁਸਾਰ ਰਾਜੋਆਣਾ ਦੇ ਵੱਲੋਂ ਡਾਕਟਰਾਂ ਨੂੰ ਲਿਖਤੀ ਰੂਪ ਦੇ ਵਿੱਚ ਇਹ ਕਿਹਾ ਗਿਆ ਜੀ ਕਿ ਮੇਰਾ ਇਲਾਜ ਨਾ ਕੀਤਾ ਜਾਵੇ। ਔਰ ਉਹਨੇ ਇਹ ਕਿਹਾ ਜੀ ਕਿ 8ਵੇਂ ਦਿਨ ਜਿਹੜੀ ਹੈ ਜੀ ਇਹ ਭੁੱਖ ਹੜਤਾਲ ਦਾਖਲ ਹੋ ਗਈ ਆ। ਐਕਚੁਅਲੀ ਬਲਵੰਤ ਸਿੰਘ ਰਾਜੋਆਣਾ ਨੇ ਯਾਦ ਕਰਾ ਦਈਏ ਕਿ ਉਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਕਿਹਾ ਕਿ ਜਿਹੜੀ ਰਹਿਮ ਦੀ ਅਪੀਲ ਰਾਸ਼ਟਰਪਤੀ ਦੇ ਕੋਲੇ ਪਾਈ ਆ ਇਹਦੇ ਵਿੱਚ ਦੇਰੀ ਹੋ ਰਹੀ ਆ। ਉਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਕਿਹਾ ਕਿ ਇਹ ਜਿਹੜੀ ਅਪੀਲ ਹੈ ਉਹ ਵਾਪਸ ਲਵੇ ਤਾਂ ਕਿ ਉਹਦੇ ਕੇਸ ਦੇ ਵਿੱਚ ਜਿਹੜਾ ਜੀ ਉਹ ਕੋਈ ਫੈਸਲਾ ਆ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਕਿਰਪਾਲ ਸਿੰਘ ਬਡੂਗਰ ਹੋਰਾਂ ਨੇ ਇਹ ਗੱਲ ਆਖੀ ਸੀਗੀ ਕਿ ਇਹਦੇ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਚਾਰਜੋਈਆਂ ਜਿਹੜੀਆਂ ਦੀ ਉਹ ਕਰ ਰਹੀ ਹੈ ਤੇ ਇਹਦੇ ਸੰਬੰਧੀ ਕੋਈ ਨਾ ਕੋਈ ਸਟੈਪ ਲਿਆ ਜਾਊਗਾ। ਪਰ ਕੱਲ ਵੀ ਸਾਰਾ ਦਿਨ ਬੀਤ ਜਾਣ ਤੋਂ ਬਾਅਦ ਕਿਸੇ ਕਿਸਮ ਦੀ ਕੋਈ ਕਨਸੋ ਜਿਹੜੀ ਆ ਉਹ ਮਿਲੀ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ। ਜਦੋਂ ਬਲਵੰਤ ਸਿੰਘ ਰਾਜੋਆਣਾ ਹੋਰਾਂ ਨੂੰ ਫਾਂਸੀ ਦਾ ਹੁਕਮ ਹੋਇਆ ਸੀਗਾ, ਜਦੋਂ ਪੂਰੀ ਦੁਨੀਆ ਦੇ ਵਿੱਚ ਜਿਹਦਾ ਚਰਚਾ ਹੋਇਆ ਸੀਗਾ, ਉਹ ਹੁਣ ਭੁੱਖ ਹੜਤਾਲ ਦੇ ਮੌਕੇ ਦੇ ਉੱਤੇ ਚਰਚਾ ਜਿਹੜਾ ਜੀ ਉਹ ਨਹੀਂ ਹੋ ਰਿਹਾ। ਸ਼ਾਇਦ ਕਿਤੇ ਨਾ ਕਿਤੇ ਜੋ ਕੁਝ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਜੀ ਉਹ ਵਾਪਰਿਆ ਘਟਨਾਵਾਂ ਨੇ ਉਹਦੇ ਕਰਕੇ ਜਿਹੜਾ ਚਰਚਾ ਨਹੀਂ ਹੋ ਰਿਹਾ। ਜਿਹੜੀ ਮੌਜੂਦਾ ਸਰਕਾਰ ਹੈ ਜੀ ਉਹ ਵੀ ਸ਼ਾਇਦ ਬਹੁਤਾ ਇੰਟਰਸਟ ਇਸ ਚੀਜ਼ ਦੇ ਵਿੱਚ ਨਹੀਂ ਲੈ ਰਹੀ ਜਿੰਨਾ ਕਿ ਉਦੋਂ ਉਹਨੇ ਇੰਟਰਸਟ ਲਿਆ ਸੀਗਾ ਰਾਸ਼ਟਰਪਤੀ ਦੇ ਕੋਲੇ ਪਹੁੰਚ ਕਰਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ। ਬਿਲਕੁਲ ਜੀ, ਇਹਨਾਂ ਨੇ ਬੰਦਾ ਵਰਤਣਾ ਹੁੰਦਾ, ਜਦੋਂ ਵਰਤ ਲੈਂਦੇ ਆ ਤਾਂ ਫੇਰ ਕਿਤੇ ਵੀ ਕੋਈ ਪਹੁੰਚ ਨਹੀਂ ਕਰਦੇ। ਅਖੀਰ ਵਿੱਚ ਆਜਨਾਮਾ ਕਿ ਚਾਨਣ ਰਾਮ ਨੇ ਆਖਿਆ ਟੇਕ ਸਿਓ ਨੂੰ ਮੋਦੀ ਠਿੱਬੀ ਕਸੂਤੀ ਗਿਆ ਮਾਰ ਬੇਲੀ। ਚਾਨਣ ਰਾਮ ਨੇ ਆਖਿਆ ਟੇਕ ਸਿਓ ਨੂੰ ਮੋਦੀ ਠਿੱਬੀ ਕਸੂਤੀ ਗਿਆ ਮਾਰ ਬੇਲੀ। ਵੱਡੇ ਨੋਟਾਂ ਨੂੰ ਕੀਤਾ ਪਿਆ ਬੰਦ, ਉਹਨੇ ਫੜਦਾ ਕੋਈ ਨਹੀਂ ਵਿੱਚ ਬਾਜ਼ਾਰ ਬੇਲੀ। ਬੈਂਕ ਵਾਲੇ ਵੀ ਕਰਨਗੇ ਬਹੁਤ ਨਖਰੇ, ਸੌਖੀ ਲੱਗਣੀ ਬੇੜੀ ਨਹੀਂ ਪਾਰ ਬੇਲੀ। ਹੱਟੀ ਛੋਟੀ ਲਈ ਲੈਣ ਹੁਣ ਮਾਲ ਜਾਣਾ, ਕਰਨਾ ਧੇਲਾ ਨਹੀਂ ਕਿਸੇ ਉਧਾਰ ਬੇਲੀ। ਟੇਕ ਸਿੰਘ ਨੇ ਆਖਿਆ ਪਹੁੰਚ ਤਾਂ ਸਹੀ, ਹੁਣ ਤਾਂ ਚੱਲ ਪਿਆ ਨਵਾਂ ਵਪਾਰ ਬੇਲੀ। ਟੇਕ ਸਿੰਘ ਨੇ ਆਖਿਆ ਪਹੁੰਚ ਤਾਂ ਸਹੀ, ਹੁਣ ਤਾਂ ਚੱਲ ਪਿਆ ਨਵਾਂ ਵਪਾਰ ਬੇਲੀ। 800 ਵਿੱਚ 1000 ਦਾ ਨੋਟ ਵਿਕਦਾ, ਮਿਲਦਾ 500 ਦਾ ਸਿਰਫ 4 ਬੇਲੀ। ਥੈਂਕ ਯੂ ਜੀ, ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।